ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਕਾਇਮ ਕੀਤੀਆਂ ਮਹਾਨ ਸੰਸਥਾਵਾਂ ਚੋਂ ਸੰਗਤ ਪੰਗਤ ਅਤੇ ਲੰਗਰ ਦੀਆਂ ਵਿਸ਼ੇਸ਼ ਸੰਸਥਾਵਾਂ ਨੂੰ ਖਾਲਸਾ ਪੰਥ ਨੇ ਜਿਵੇਂ ਸਮੁੱਚੀ ਮਾਨਵਤਾ ਦੇ ਨੇੜੇ ਲਿਆ ਕੇ ਸੰਗਤ ਤੇ ਪੰਗਤ ਰਾਹੀਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਅਤੇ ਸਭੈ ਜੀ ਸੰਭਾਲ ਆਪਣੀ ਮਿਹਰ ਕਰਦੇ ਰੱਬੀ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਹੈ। ਤਿਵੇਂ ਹੀ ਸੰਸਾਰ ਦੇ ਭਾਈਚਾਰੇ ਅੰਦਰ ਖਾਲਸਾ ਪੰਥ ਪ੍ਰਤੀ ਅਦਬ ਸਤਿਕਾਰ ਦੀ ਭਾਵਨਾ ਅਤੇ ਖਾਲਸੇ ਦੇ ਬੋਲ ਬਾਲੇ ਦੇ ਨਿਸ਼ਾਨ ਸਾਹਿਬ ਦੁਨੀਆ ਦੇ ਹਰ ਹਿੱਸੇ ਵਿੱਚ ਚੁਲਾਏ ਜਾ ਰਹੇ ਹਨ। ਇੱਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰੀ ਝੰਡੇ ਨਾਲ ਵੀ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਗਿਆ। ਸੰਸਾਰ ਅੰਦਰ ਖਾਲਸਾਈ ਵਿਚਾਰਧਾਰਾ ਦੇ ਪ੍ਰਗਟ ਹੋ ਕੇ ਆਪਣੀ ਇੱਕ ਨਵੇਕਲੀ ਪਹਿਚਾਣ ਕਾਇਮ ਕੀਤੀ, ਪਰ ਦੂਜੇ ਬੰਨੇ ਖਾਲਸਾਈ ਵਿਚਾਰਧਾਰਾ ਉੱਪਰ ਬ੍ਰਾਹਮਣੀ ਰੰਗਤ ਦਾ ਲੇਬਲ ਲਗਾ ਕੇ ਇਸ ਨੂੰ ਬ੍ਰਾਹਮਣਵਾਦ ਵਿੱਚ ਮਿਲਗੋਬਾ ਕਰਨ ਦਾ ਯਤਨ ਵੀ ਯੂਰਾਂ ਤੇ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਅੱਜਕੱਲ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਲੰਗਰ ਪ੍ਰਥਾ ਅਸਲ ਵਿੱਚ ਸਨਾਤਨ ਧਰਮ ਨਾਲ ਸੰਬੰਧਿਤ ਹੈ। ਪੰਜਾਬ ਵਿੱਚ ਗੁਰੂਆਂ ਨੇ ਇਸ ਨੂੰ ਸੰਗਤ ਤੇ ਪੰਗਤ ਦੇ ਨਾਮ ਨਾਲ ਦੁਬਾਰਾ ਪੇਸ਼ ਕੀਤਾ ਹੈ। ਲੰਗਰ ਪ੍ਰਥਾ ਸਿੱਖ ਪੰਥ ਦੇ ਆਗਮਨ ਤੋਂ ਬਹੁਤ ਪਹਿਲਾਂ ਮੌਜੂਦ ਸੀ। ਆਓ ਬ੍ਰਾਹਮਣਵਾਦ ਦੇ ਇਸ ਪ੍ਰਾਪੇਗੰਡੇ ਨੂੰ ਸਮਝਣ ਦਾ ਯਤਨ ਕਰੀਏ। ਦਰਅਸਲ ਹਿੰਦੂ ਸਮਾਜ ਦੇ ਅੰਦਰ ਬ੍ਰਾਹਮਣ ਨੇ ਸਮਾਜ ਨੂੰ ਊਚ ਨੀਚ ਦੀਆਂ ਦੀਵਾਰਾਂ ਅੰਦਰ ਜਕੜ ਦਿੱਤਾ ਹੈ। ਇਹੋ ਕਾਰਨ ਹੈ ਕਿ ਸਮਾਜ ਕਈ ਹਿੱਸਿਆਂ 'ਚ ਵੰਡ ਦਿੱਤਾ ਗਿਆ। ਸਭ ਤੋਂ ਸ੍ਰੇਸ਼ਟ ਬ੍ਰਾਹਮਣ ਨੇ ਆਪਣੇ ਆਪ ਨੂੰ ਅਖਵਾਇਆ ਅਤੇ ਸਭ ਤੋਂ ਨੀਵਾਂ ਇਸਨੇ ਸ਼ੂਦਰ ਜਾਤੀ ਦਾ ਲੇਬਲ ਲਾ ਕੇ ਮਨੁੱਖ ਵਿੱਚ ਵੰਡੀਆਂ ਪਾ ਕੇ ਉਸ ਕੋਲੋਂ ਜੀਵਨ ਦੇ ਸਾਰੇ ਅਧਿਕਾਰ ਹੀ ਖੋਹ ਲਏ। ਮੈਕਨਿਕੋਲ ਲਿਵਿੰਗ ਰਿਲੀਜਨ ਆਫ ਇੰਡੀਅਨ ਪੀਪਲ ਦੇ ਪੰਨਾ 67 ਤੇ ਤੁਲਸੀਦਾਸ ਦੀ ਰਾਮ ਚਰਿਤ੍ਰ ਮਾਨਸ ਦਾ ਹਵਾਲਾ ਦੇ ਕੇ ਲਿਖਦਾ ਹੈ ਕਿ ਬ੍ਰਾਹਮਣ ਭਾਵੇਂ ਉੱਕਾ ਹੀ ਗੁਣਹੀਣ ਅਤੇ ਪਾਪੀ ਹੋਵੇ ਤਾਂ ਵੀ ਉਸ ਦਾ ਆਦਰ ਕਰਨਾ ਜ਼ਰੂਰੀ ਹੈ ਅਤੇ ਸ਼ੂਦਰ ਭਾਵੇਂ ਕਿੰਨਾ ਹੀ ਪੁਨੀ ਅਤੇ ਵਿਦਵਾਨ ਹੋਵੇ ਉਸ ਦਾ ਆਦਰ ਕਦੇ ਨਹੀਂ ਕਰਨਾ ਚਾਹੀਦਾ। ਇਸੇ ਪ੍ਰਕਾਰ ਬ੍ਰਾਹਮਣੀ ਗ੍ਰੰਥਾਂ ਵਿੱਚ ਇੱਕ ਕਹਾਣੀ ਵੀ ਲਿਖੀ ਮਿਲਦੀ ਹੈ ਕਿ ਰਾਮਚੰਦਰ ਜੀ ਨੇ ਇੱਕ ਸ਼ੂਦਰ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਉਹ ਪਰਮਾਤਮਾ ਦੀ ਭਗਤੀ ਕਰ ਰਿਹਾ ਸੀ। ਸ਼ੂਦਰ ਜਾਤੀ ਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ। ਜਿਸ ਸਮਾਜ ਅੰਦਰ ਮਨੁੱਖ ਤੋਂ ਪਿਟਿਆ ਜਾਏ, ਉੱਚ ਜਾਤੀ ਬਣ ਬੈਠੇ ਬ੍ਰਾਹਮਣ ਜਦ ਨੀਵੀਂ ਜਾਤੀ ਵਾਲੇ ਦੇ ਪਰਛਾਵੇਂ ਤੋਂ ਵੀ ਅਪਵਿੱਤਰ ਹੋ ਜਾਂਦੇ ਹਨ ਤਾਂ ਉਹ ਸਮਾਜ ਅੰਦਰ ਸੰਗਤ ਤੇ ਪੰਗਤ ਰੂਪੀ ਮਹਾਨ ਸੰਸਥਾ ਕਿਵੇਂ ਜਨਮ ਲੈ ਸਕਦੀ ਹੈ। ਅੱਜ ਵੀ ਭਾਰਤ ਅੰਦਰ ਕਈ ਧਾਰਮਿਕ ਸਥਾਨਾਂ ਵਿੱਚ ਬ੍ਰਾਹਮਣਾਂ ਦੀ ਬਣਾਈ ਅਖੌਤੀ ਨੀਵੀਆਂ ਜਾਤਾਂ ਅਤੇ ਇਸਤਰੀ ਜਾਤੀ ਨੂੰ ਮੰਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ। ਇਸੇ ਸੰਬੰਧੀ ਭਾਰਤ ਦੀਆਂ ਉੱਚ ਪਦਵੀ ਅਦਾਲਤਾਂ ਵਿੱਚ ਕਈ ਦਹਾਕਿਆਂ ਤੋਂ ਕੇਸ ਚੱਲ ਰਹੇ ਹਨ। ਭਗਤ ਕਬੀਰ ਸਾਹਿਬ ਜੀ ਨੇ ਤਾਂ ਬ੍ਰਾਹਮਣ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਮੈਨੂੰ ਪਹਿਲਾਂ ਇਹ ਦੱਸ ਕਿ ਤੂੰ ਆਪਣੇ ਆਪ ਵਿੱਚ ਬ੍ਰਾਹਮਣ ਕਿਵੇਂ ਬਣ ਗਿਆ ਅਤੇ ਅਸੀਂ ਸ਼ੂਦਰ ਕਿਵੇਂ ਬਣ ਗਏ। ਜੇ ਸਾਡੇ ਸਰੀਰ ਵਿੱਚ ਲਹੂ ਹੀ ਹੈ ਤਾਂ ਕੀ ਤੇਰੇ ਸਰੀਰ ਵਿੱਚ ਦੁੱਧ ਹੈ। ਭਗਤ ਕਬੀਰ ਫਰਮਾਉਂਦੇ ਹਨ, ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ। ਅੱਜ ਵੀ ਸਮਾਜ ਅੰਦਰ ਅਸੀਂ ਵੇਖਦੇ ਹਾਂ ਕਿ ਉੱਚ ਜਾਤੀ ਦੇ ਅਹੰਕਾਰ ਵਿੱਚ ਬੈਠੇ ਲੋਕ ਇਹ ਬਰਦਾਸ਼ਤ ਨਹੀਂ ਕਰਦੇ ਕਿ ਅਖੌਤੀ ਨੀਵੀਂ ਜਾਤ ਦਾ ਕੋਈ ਵਿਅਕਤੀ ਆਪਣੇ ਵਿਆਹ ਦੀ ਬਰਾਤ ਸਮੇਂ ਵੀ ਘੋੜੀ ਤੇ ਬੈਠ ਕੇ ਜਾ ਸਕੇ। 9 ਜੂਨ 2018 ਦੇ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਪਹਿਲੇ ਪੰਨੇ ਦੀ ਖਬਰ ਸੀ ਕਿ ਕੁਰਸੀ ਤੇ ਬੈਠਣ ਕਾਰਨ ਦਲਿਤ ਔਰਤ ਤੇ ਹਮਲਾ। ਦਰਅਸਲ ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ 'ਚ ਇੱਕ ਸਕੂਲ ਵਿੱਚ 45 ਸਾਲਾ ਪਲਵੀ ਬੇਦਨ ਯਾਦਵ ਜੋ ਆਧਾਰ ਕਾਰਡ ਵੰਡਣ ਦੀ ਆਪਣੀ ਡਿਊਟੀ ਨਿਭਾ ਰਹੀ ਸੀ, ਪਰ ਉੱਚ ਜਾਤੀ ਦੇ ਲੋਕਾਂ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਕਿ ਸਾਡੇ ਸਾਹਮਣੇ ਨੀਵੀਂ ਜਾਤ ਦੀ ਔਰਤ ਕੁਰਸੀ ਤੇ ਕਿਵੇਂ ਬੈਠ ਸਕਦੀ ਹੈ ਅਤੇ ਉਸ ਤੇ ਹਮਲਾ ਕਰ ਦਿੱਤਾ ਗਿਆ। ਇਸ ਤੋਂ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਬ੍ਰਾਹਮਣਵਾਦ ਨੇ ਜਿਸ ਨਫ਼ਰਤ ਭਰੀ ਜ਼ਹੀਨੀਅਤ ਵਿੱਚੋਂ ਸਮਾਜ ਨੂੰ ਵੰਡਿਆ, ਸਦੀਆਂ ਗੁਜ਼ਰਨ ਦੇ ਬਾਅਦ ਅਤੇ 21ਵੀਂ ਸਦੀ ਵਿੱਚ ਪ੍ਰਵੇਸ਼ ਕਰਕੇ ਵੀ ਭਾਰਤ ਵਰਸ਼ ਵਿੱਚ ਬ੍ਰਾਹਮਣੀ ਨਿਜ਼ਾਮ ਦੀ ਸੋਚਣੀ ਵਿੱਚ ਕੋਈ ਤਬਦੀਲੀ ਨਹੀਂ ਆਈ। ਦੂਜੇ ਬੰਨੇ ਗੁਰੂ ਨਾਨਕ ਸਾਹਿਬ ਜੀ ਦੇ ਸੰਗਤ ਪੰਗਤ ਅਤੇ ਲੰਗਰ ਰੂਪੀ ਸੰਸਥਾਵਾਂ ਨੇ ਸਮੁੱਚੇ ਸੰਸਾਰ ਅੰਦਰ ਮਨੁੱਖ ਦੇ ਇਸ ਭਾਈਚਾਰਕ ਸਾਂਝ ਨੂੰ ਹੋਰ ਪੀੜ੍ਹਿਆਂ ਕੀਤਾ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ, ਕਿਉਂਕਿ ਸੰਗਤ ਪੰਗਤ ਵਿੱਚ ਬੈਠਣ ਵਾਲੇ ਮਨੁੱਖ ਦੀ ਜਾਤ ਗੋਤ ਧਰਮ ਨਸਲ ਦੇਸ਼ ਆਦਿ ਬਾਰੇ ਪੁੱਛਿਆ ਨਹੀਂ ਜਾਂਦਾ, ਬਲਕਿ ਕੇਵਲ ਇੱਕ ਰੱਬ ਦੀ ਸੰਤਾਨ ਸਮਝ ਕੇ ਹੀ ਉਸ ਦਾ ਆਦਰ ਮਾਣ ਕੀਤਾ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਜੀ ਦੇ ਚਾਰੇ ਹੀ ਦਿਸ਼ਾ ਵਿੱਚ ਉਸਾਰੇ ਗਏ 4 ਦਰਵਾਜ਼ੇ ਜਿੱਥੇ ਊਚ ਨੀਚ ਦੀਆਂ ਭਾਵਨਾਵਾਂ ਨੂੰ ਖਤਮ ਕਰ ਪਿਆਰ ਮੁਹੱਬਤ ਦੇ ਪੈਗਾਮ ਨੂੰ ਸੰਸਾਰ ਅੰਦਰ ਪ੍ਰਫੁੱਲਤ ਕਰਦੇ ਹਨ, ਉੱਥੇ ਹੀ ਪਰਮਾਤਮਾ ਦੀ ਬੰਦਗੀ ਕਰਨ ਦਾ ਹੱਕ ਵੀ ਮਨੁੱਖੀ ਮਾਨਵ ਜਾਤੀ ਨੂੰ ਪ੍ਰਦਾਨ ਕਰਦੇ ਹਨ। ਸਿੱਖ ਇਤਿਹਾਸ ਦੇ ਪੰਨਿਆਂ ਚੋਂ ਗੁਰੂ ਘਰ ਪ੍ਰਤੀ ਬ੍ਰਾਹਮਣ ਦੀ ਨਫ਼ਰਤ ਭਰੀ ਸੋਚ ਦੇ ਦਰਸ਼ਨ ਵੀ ਉਦੋਂ ਹੁੰਦੇ ਹਨ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਅਕਬਰ ਦੇ ਦਰਬਾਰ ਵਿੱਚ ਬ੍ਰਾਹਮਣ ਨੇ ਇਹ ਸ਼ਿਕਾਇਤ ਕੀਤੀ ਕਿ ਗੁਰੂ ਘਰ ਦੇ ਵਿੱਚ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ, ਇੱਥੇ ਬ੍ਰਾਹਮਣ ਦਾ ਉਚੇਚਾ ਆਦਰ ਸਤਕਾਰ ਨਹੀਂ ਕੀਤਾ ਜਾਂਦਾ
ਬਲਕਿ ਸੰਗਤ ਵਿੱਚ ਵੀ ਪੰਗਤ ਲੰਗਰ ਵਿੱਚ ਵੀ ਸਾਨੂੰ ਨੀਵੀਆਂ ਜਾਤਾਂ ਵਾਲਿਆਂ ਨਾਲ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ, ਜੋ ਕਿ ਸਾਡੇ ਧਾਰਮਿਕ ਸ਼ਾਸਤਰਾਂ ਦੇ ਬਿਲਕੁਲ ਉਲਟ ਹੈ। ਸੋ ਇਹ ਗੱਲ ਕਹਿਣੀ ਤੇ ਪ੍ਰਚਾਰਨੀ ਕਿ ਸਿੱਖ ਗੁਰੂਆਂ ਦੇ ਲੰਗਰ ਪੰਗਤ ਰੂਪੀ ਪ੍ਰਥਾ ਦਾ ਸਨਾਤਨ ਧਰਮ ਨਾਲ ਸੰਬੰਧ ਹੈ, ਇੱਕ ਹਾਸੋਹੀਣੀ ਅਤੇ ਸ਼ਰਾਰਤ ਭਰੀ ਗੱਲ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।